ਸਮੁੱਚੇ ਲੋਕਧਾਰਾ ਪਰਿਵਾਰ ਨੂੰ ਮੇਰੇ ਵੱਲੋਂ ਜਾਣੀ ਕਿ ਡਾਕਟਰ ਕੁਲਦੀਪ ਸਿੰਘ ਦੀਪ ਵੱਲੋਂ ਸਤਿ ਸ਼੍ਰੀ ਅਕਾਲ। ਪਿਛਲੀ ਵਾਰ ਆਪਾਂ ਗੱਲਬਾਤ ਕੀਤੀ ਸੀ ਕਿ ਸਾਡੀ ਲੋਕਧਾਰਾ ਦੇ ਵਿੱਚ ਨਾਟਕ ਕਿੱਥੇ ਕਿੱਥੇ ਪਿਆ ਹੈ। ਅਸੀਂ ਇਹ ਦੇਖਿਆ ਸੀ ਕਿ ਸਾਡੇ ਕੋਲੇ ਲਗਭਗ 1000 ਸਾਲ ਦੀ ਇੱਕ ਲੰਮੀ ਪਰੰਪਰਾ ਸੀ। ਉਸ ਦਿਨ ਇਹ ਗੱਲ ਦੇਖੀ ਸੀ ਕਿ ਸਾਡੇ ਕੋਲੇ ਲੋਕ ਨਾਟਕ ਦੇ ਵਿੱਚ, ਲੋਕਧਾਰਾ ਦੇ ਵਿੱਚ ਨਾਟਕ ਦੇ ਬਹੁਤ ਸਾਰੇ ਰੂਪ ਨੇ, ਜਿਹਦੇ ਵਿੱਚ ਚੱਲਦੇ ਫਿਰਦੇ ਨਾਟਕ, ਚੱਲਦੇ ਫਿਰਦੇ ਲੋਕ ਨਾਟ ਰੂਪ, ਜਿਨ੍ਹਾਂ ਨੂੰ ਆਪਾਂ ਪਿਛਲੀ ਵਾਰੀ ਮਾਣਿਆ ਸੀ, ਸੁਣਿਆ ਸੀ, ਸਮਝਿਆ ਸੀ, ਜਾਣਿਆ ਸੀ। ਆਪਾਂ ਜਦੋਂ ਗੱਲ ਛੱਡੀ ਸੀ ਤਾਂ ਇੱਕ ਬਹੁਤ ਮਹੱਤਵਪੂਰਨ ਨੁਕਤੇ 'ਤੇ ਆ ਕੇ ਗੱਲ ਛੱਡੀ ਸੀ ਕਿ ਜਿਹੜੀ ਸਾਡੇ ਕੋਲੇ ਲੋਕ ਨਾਟਕ ਦੀ ਪਰੰਪਰਾ ਸੀ, ਉਹਦੇ ਵਿੱਚ ਇੱਕ ਮਸਲਾ ਸੀ ਬਹੁਤ ਵੱਡਾ। ਉਹ ਮਸਲਾ ਸੀ ਕਿ ਸਾਡੇ ਕੋਲੇ ਨਾਟਕ ਤਾਂ ਬਹੁਤ ਹੋ ਰਿਹਾ ਸੀ, ਕਲਾਕਾਰ ਵੀ ਬਹੁਤ ਸੀ, ਪਰ ਔਰਤਾਂ ਨਾਟਕ ਦੇ ਵਿੱਚ ਕਿਤੇ ਨਹੀਂ ਸੀ। ਔਰਤਾਂ ਦੀ ਭੂਮਿਕਾ ਜਿਹੜੀ ਸਾਡੀਆਂ ਪ੍ਰੋਪਰ ਲੋਕ ਨਾਟਕ ਫਾਰਮ ਨੇ, ਉਹਨਾਂ ਦੇ ਵਿੱਚ ਮਰਦ ਹੀ ਕਰਦੇ ਰਹੇ ਨੇ, ਚਾਹੇ ਰਾਸ ਲੀਲਾ, ਰਾਮ ਲੀਲਾ, ਈਵਨ ਨਚਾਰਾਂ ਤੱਕ। ਪੰਜਾਬੀ ਨਾਟਕ ਦੇ ਵਿੱਚ ਇਹ ਬੜੀ ਵੱਡੀ ਖੜੋਤ ਰਹੀ ਤੇ ਅੱਜ ਦੀ ਗੱਲ ਆਪਾਂ ਸ਼ੁਰੂ ਹੀ ਇੱਥੋਂ ਕਰਾਂਗੇ। 3 ਔਰਤਾਂ ਨੂੰ ਮੈਂ ਇਸ ਲੋਕਧਾਰਾ ਦੇ ਪਲੇਟਫਾਰਮ ਤੋਂ ਅੱਜ ਨਤਮਸਤਕ ਹੋਣਾ ਚਾਹੂੰਗਾ, ਜਿਨ੍ਹਾਂ ਨੇ ਪੰਜਾਬੀ ਨਾਟਕ ਦੇ ਪਿੜ ਨੂੰ ਬੰਨ੍ਹਿਆ, ਜਿਨ੍ਹਾਂ ਦੇ ਵਿੱਚੋਂ ਇੱਕ ਔਰਤ ਉਮਾ ਸਾਡੇ ਕੋਲ ਪਰਸੋਂ ਸਦੀਵੀ ਤੌਰ ਤੇ ਵਿਛੜ ਚੁੱਕੀ ਹੈ ਤੇ ਮੈਂ ਉਹਨਾਂ ਨੂੰ ਅੱਜ ਦੇ ਇਸ ਲਾਈਵ ਪ੍ਰੋਗਰਾਮ ਰਾਹੀਂ ਸ਼ਰਧਾਂਜਲੀ ਵੀ ਦੇਣਾ ਚਾਹੂੰਗਾ। ਉਮਾ ਗੁਰਬਖਸ਼ ਸਿੰਘ ਉਹ ਬਹੁਤ ਵੱਡੀ ਇਤਿਹਾਸਕ ਸ਼ਖਸੀਅਤ ਸੀ, ਜਿਸ ਨੂੰ ਪੰਜਾਬੀ ਦੀ ਪਹਿਲੀ ਔਰਤ ਅਦਾਕਾਰਾ ਹੋਣ ਦਾ ਮਾਣ ਪ੍ਰਾਪਤ ਹੋਇਆ। 2 ਔਰਤਾਂ ਜਿਹੜੀਆਂ, ਉਹਨਾਂ ਬਾਰੇ ਆਪਾਂ ਗੱਲ ਕਰਾਂਗੇ, ਫਿਰ ਆਪਾਂ ਜ਼ਿੰਦਗੀ ਵੱਲ ਆਵਾਂਗੇ ਕਿ ਸਾਡਾ ਨਾਟਕ ਜ਼ਿੰਦਗੀ ਨਾਲ ਕਿਵੇਂ ਜੁੜਿਆ, ਸਾਨੂੰ ਜ਼ਿੰਦਗੀ 'ਚ ਨਾਟਕ ਦੇ ਫਾਇਦੇ ਕਿੱਥੇ ਕਿੱਥੇ ਹੁੰਦੇ ਨੇ। ਦੂਜੀ ਔਰਤ ਹੈ ਨੋਰਾ ਰਿਚਰਡ ਤੇ ਤੀਜੀ ਹੈ ਸ਼ੀਲਾ ਭਾਟੀਆ। ਪੰਜਾਬੀ ਨਾਟਕ ਤੇ ਰੰਗਮੰਚ ਵਿੱਚ ਇਹਨਾਂ 3 ਔਰਤਾਂ ਦਾ ਨਾਮ ਬਹੁਤ ਵੱਡੇ ਸਤਿਕਾਰ ਨਾਲ ਲਿਆ ਜਾਂਦਾ ਹੈ। ਉਮਾ ਗੁਰਬਖਸ਼ ਸਿੰਘ ਬਾਰੇ ਮੈਂ ਤੁਹਾਨੂੰ ਦੱਸਿਆ ਕਿ ਗੁਰਬਖਸ਼ ਸਿੰਘ ਪ੍ਰੀਤ ਲੜੀ ਦੀ ਬੇਟੀ ਸੀ ਤੇ ਜਦੋਂ ਔਰਤਾਂ ਨਾਟਕ ਵਰਗੀਆਂ ਕਲਾਵਾਂ ਦੇ ਵਿੱਚ ਨਹੀਂ ਆਉਂਦੀਆਂ ਸੀਆਂ ਤਾਂ ਉਸ ਦੌਰ ਦੇ ਵਿੱਚ, ਜਦੋਂ 1938 ਦੇ ਵਿੱਚ ਗੁਰਬਖਸ਼ ਸਿੰਘ ਪ੍ਰੀਤ ਲੜੀ ਹੋਰਾਂ ਨੇ ਆਪਣੇ ਇੱਕ ਸੁਪਨਿਆਂ ਦਾ ਸ਼ਹਿਰ ਵਸਾਇਆ, ਜਿਹਨੂੰ ਪ੍ਰੀਤ ਨਗਰ ਦੇ ਤੌਰ ਤੇ ਜਾਣਿਆ ਜਾਂਦਾ ਹੈ, ਤਾਂ ਉੱਥੇ ਉਹਨਾਂ ਨੇ ਹੋਰ ਬਹੁਤ ਕੁਝ ਕੀਤਾ, ਪਰ ਨਾਲ ਇੱਕ ਛੱਪੜ ਸੀ, ਉਹ ਛੱਪੜ ਨੂੰ ਪੂਰ ਕੇ ਉੱਥੇ ਇੱਕ ਓਪਨ ਏਅਰ ਥੀਏਟਰ ਬਣਾਤਾ ਤੇ ਗੁਰਬਖਸ਼ ਸਿੰਘ ਹੋਰਾਂ ਨੇ ਇੱਕ ਨਾਟਕ ਲਿਖਿਆ ਜਿਹਦਾ ਨਾਂ ਸੀ ਰਾਜਕੁਮਾਰੀ ਲਤਿਕਾ। ਰਾਜਕੁਮਾਰੀ ਲਤਿਕਾ ਦੇ ਵਿੱਚ ਜਿਹੜਾ 2 ਮੁੱਖ ਪਾਤਰ ਸੀ, ਇੱਕ ਰਾਜਕੁਮਾਰ ਤੇ ਇੱਕ ਰਾਜਕੁਮਾਰੀ, ਤੇ ਰਾਜਕੁਮਾਰ ਦਾ ਜਿਹੜਾ ਰੋਲ ਹੈ ਉਹ ਉਹਨਾਂ ਨੇ ਆਪਣੇ ਬੇਟੇ ਨੂੰ ਦਿੱਤਾ, ਨਵਤੇਜ ਨੂੰ। ਤੇ ਜਿਹੜੀ ਰਾਜਕੁਮਾਰੀ ਦਾ ਰੋਲ ਹੈ ਉਹਦੇ ਵਾਸਤੇ ਉਹਨਾਂ ਨੂੰ ਕੋਈ ਕੁੜੀ ਨਹੀਂ ਲੱਭ ਰਹੀ ਸੀ, ਕਿਉਂਕਿ ਉਹਨਾਂ ਸਮੇਂ ਦੇ ਵਿੱਚ, ਜਿਵੇਂ ਮੈਂ ਗੱਲ ਕੀਤੀ ਸੀ, ਕਿ ਔਰਤਾਂ ਨਾਟਕ ਦੇ ਵਿੱਚ ਆਉਣਾ ਉਹਨਾਂ ਦਾ ਵਰਜਿਤ ਸੀ ਲਗਭਗ ਸਾਡੀ ਸੁਸਾਇਟੀ ਦੇ ਵਿੱਚ। ਤੇ ਗੁਰਬਖਸ਼ ਸਿੰਘ ਹੋਰੀ ਕਿਤੇ ਨਹੀਂ ਇਹ ਚਾਹੁੰਦੇ ਸੀ ਕਿ ਹੁਣ ਵੀ ਇਸ ਦੌਰ ਦੇ ਵਿੱਚ, ਆਧੁਨਿਕ ਦੌਰ ਦੇ ਵਿੱਚ, 20ਵੀਂ ਸਦੀ ਦੇ ਵਿੱਚ ਵੀ ਮੁੰਡਿਆਂ ਤੋਂ ਕੁੜੀਆਂ ਦਾ ਰੋਲ ਕਰਵਾਇਆ ਜਾਵੇ। ਜਦੋਂ ਉਹਨਾਂ ਨੂੰ ਕੋਈ ਔਰਤ ਅਦਾਕਾਰ ਉਪਲਬਧ ਨਾ ਹੋਈ ਤਾਂ ਉਹਨਾਂ ਨੇ ਆਪਣੀ ਬੇਟੀ ਨੂੰ, ਉਮਾ ਨੂੰ, ਇਹ ਰੋਲ ਕਰਨ ਲਈ ਮਨਾਇਆ ਤੇ ਇਸ ਰੂਪ ਦੇ ਵਿੱਚ ਉਮਾ ਪਹਿਲੀ ਵਾਰ ਪੰਜਾਬੀ ਨਾਟਕ ਦੀ ਪਹਿਲੀ ਅਭਿਨੇਤਰੀ ਤੌਰ ਤੇ ਸਾਡੇ ਕੋਲੇ ਸ਼ਾਮਲ ਹੁੰਦੀ ਹੈ ਤੇ ਦੋਨੇ ਭੈਣ ਭਰਾਵਾਂ ਨੇ ਰਾਜਕੁਮਾਰ ਤੇ ਰਾਜਕੁਮਾਰੀ ਦਾ ਜਿਹੜਾ ਰੋਲ ਹੈ ਪਲੇ ਕੀਤਾ ਤੇ 7 ਜੂਨ 1939 ਨੂੰ
ਪੰਜਾਬੀ ਨਾਟਕ ਤੇ ਰੰਗਮੰਚ ਨੂੰ ਜੋ ਪਹਿਲੀ ਔਰਤ ਹੈ, ਉਮਾ ਗੁਰਬਖਸ਼ ਸਿੰਘ ਜਿਹਦਾ ਨਾਂ ਹੈ ਅੱਜ ਕੱਲ੍ਹ, ਉਹਨਾਂ ਦੀ ਬੇਟੀ ਉਮਾ, ਜਿਹੜੀ ਪਰਸੋਂ ਸਾਡੇ ਕੋਲ ਵਿਛੜ ਚੁੱਕੀ ਹੈ, ਅਤੇ ਅਸੀਂ ਭਰਵੀਂ ਸ਼ਰਧਾਂਜਲੀ ਮੈਂ ਤੁਹਾਡੇ ਸਾਰਿਆਂ ਵੱਲੋਂ ਉਹਨਾਂ ਨੂੰ ਭੇਂਟ ਕਰ ਰਿਹਾ। ਸੋ ਇਹ ਸੀ ਪਹਿਲੀ ਔਰਤ। ਉਦੋਂ ਬਾਅਦ ਉਮਾ ਨੇ ਹੋਰ ਬਹੁਤ ਸਾਰੇ ਰੋਲ ਕੀਤੇ, ਬਹੁਤ ਵੱਡੀਆਂ ਵੱਡੀਆਂ ਸਟੇਜਾਂ ਕੀਤੀਆਂ, ਬਾਹਰਲੇ ਮੁਲਕਾਂ ਤੱਕ ਗਏ, ਥੀਏਟਰ ਕੀਤਾ। ਉਹਦੀਆਂ ਗੱਲਾਂ ਕਦੇ ਫੇਰ ਕਰਾਂਗੇ। ਅੱਜ ਆਪਾਂ ਸਿੰਬੋਲਿਕ ਤੌਰ 'ਤੇ 3 ਬੀਬੀਆਂ ਦੀ ਚਰਚਾ ਕਰਾਂਗੇ ਅਤੇ ਉਸ ਤੋਂ ਬਾਅਦ ਫਿਰ ਆਪਾਂ ਆਵਾਂਗੇ ਬਾਕੀ ਨਾਟਕ ਵੱਲ। ਦੂਜੀ ਔਰਤ ਜਿਹਦਾ ਜ਼ਿਕਰ ਬਹੁਤ ਸਤਿਕਾਰ ਨਾਲ ਪੰਜਾਬੀ ਨਾਟਕ ਅਤੇ ਰੰਗਮੰਚ ਦੇ ਵਿੱਚ ਕੀਤਾ ਜਾਂਦਾ, ਉਹ ਹੈ ਆਇਰਲੈਂਡ ਦੀ ਲੇਡੀ ਨੋਰਾ ਰਿਚਰਡ, ਜਿਹਨੇ ਉਸ ਵੇਲੇ ਸਾਂਝੇ ਪੰਜਾਬ ਦੇ ਵਿੱਚ ਅੰਦਰੇਟੇ ਇੱਕ ਪਿੰਡ ਵਸਾਇਆ ਸੀ, ਥੀਏਟਰ ਦਾ ਪਿੰਡ, ਅਤੇ ਉਹਨੂੰ ਆਇਰਿਸ਼ ਮੇਮ ਦਾ ਪਿੰਡ ਅੰਦਰੇਟੇ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ। ਕਮਾਲ ਦੀ ਗੱਲ ਇਹ ਹੈ ਕਿ ਜਦੋਂ ਸਾਡਾ ਮੁਲਕ ਆਜ਼ਾਦੀ ਦੀ ਲੜਾਈ ਲੜ ਰਿਹਾ ਸੀ, ਉਸ ਵੇਲੇ ਆਇਰਲੈਂਡ ਵੀ ਆਜ਼ਾਦੀ ਦੀ ਲੜਾਈ ਲੜ ਰਿਹਾ ਸੀ, ਅਤੇ ਉੱਥੋਂ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ ਥੀਏਟਰ ਦਾ ਆਪਣਾ ਇੱਕ ਵੱਡਾ ਰੋਲ ਸੀ। ਜਿਹੜੀ ਆਪਾਂ ਸਮਾਜ ਦੇ ਵਿੱਚ ਭੂਮਿਕਾ ਦੀ ਗੱਲ ਕਰਦੇ ਹਾਂ, ਤਾਂ ਉੱਥੋਂ ਆਇਰਲੈਂਡ ਉਹਨਾਂ ਦਿਨਾਂ ਦੇ ਵਿੱਚ ਅੰਗਰੇਜ਼ਾਂ ਦੇ ਗੁਲਾਮ ਸੀ, ਜਿਵੇਂ ਹਿੰਦੁਸਤਾਨ ਅੰਗਰੇਜ਼ਾਂ ਦੇ ਗੁਲਾਮ ਸੀ। ਤਾਂ ਆਇਰਲੈਂਡ ਦੇ ਇੱਕ ਟੀਚਰ ਨੂੰ, ਜੋ ਨੋਰਾ ਰਿਚਰਡ ਦੇ ਘਰ ਵਾਲਾ ਸੀ, ਪ੍ਰੋਫੈਸਰ ਰਿਚਰਡ, ਉਹਨਾਂ ਨੂੰ ਇੱਥੇ ਉਹਨਾਂ ਨੇ ਲਾਹੌਰ ਪ੍ਰੋਫੈਸਰ ਦੇ ਤੌਰ 'ਤੇ ਅਪਾਇੰਟ ਕੀਤਾ ਕਾਲਜ ਦੇ ਵਿੱਚ, ਦਿਆਲ ਸਿੰਘ ਕਾਲਜ ਲਾਹੌਰ ਦੇ ਵਿੱਚ। ਤਾਂ ਉਹਨਾਂ ਦੇ ਨਾਲ ਨੋਰਾ ਆਈ, ਉਹਨਾਂ ਦੀ ਪਤਨੀ ਦੇ ਰੂਪ ਦੇ ਵਿੱਚ, ਅਤੇ ਨੋਰਾ ਉੱਥੇ ਪੀਪਲਸ ਥੀਏਟਰ ਕਰਦੀ ਸੀ, ਲੋਕਾਂ ਲਈ ਨਾਟਕ ਕਰਦੀ ਸੀ ਆਇਰਲੈਂਡ ਦੇ ਵਿੱਚ। ਅਤੇ ਇੱਥੇ ਵੀ ਉਹਨੇ ਪਹਿਲੀ ਵਾਰ ਸ਼ੇਕਸਪੀਅਰ ਵਗੈਰਾ ਦੇ ਨਾਟਕ ਕਰਨੇ ਸ਼ੁਰੂ ਕੀਤੇ। ਅਤੇ ਪਰ ਜਦੋਂ ਉਹਨਾਂ ਨੂੰ ਲੱਗਿਆ ਕਿ ਜਿਹੜੇ ਸ਼ੇਕਸਪੀਅਰ ਦੇ ਨਾਟਕ ਸਾਡੀ ਜ਼ਮੀਨ ਦੇ ਨਾਟਕ ਨਹੀਂ ਹੈਗੇ, ਉਹ ਮਤਲਬ ਸਾਡਾ ਜਿਹੜਾ ਪੰਜਾਬੀ ਦਰਸ਼ਕ ਹੈ ਉਹਦੇ ਨਾਟਕ ਨਹੀਂ ਹੈਗੇ, ਤਾਂ ਉਹਨੇ ਇਹ ਆਪਣੇ ਮਨ ਦੇ ਵਿੱਚ ਇਰਾਦਾ ਤੈਅ ਕੀਤਾ ਕਿ ਪੰਜਾਬੀ ਦੇ ਵਿੱਚ ਨਾਟਕ ਕੀਤਾ ਜਾਵੇ ਅਤੇ ਪੰਜਾਬੀ ਦੇ ਕਲਾਕਾਰਾਂ ਨਾਲ ਕੀਤਾ ਜਾਵੇ। ਅਤੇ ਪਹਿਲੀ ਵਾਰ ਉਹਨੇ ਇੱਕ 1912 ਤੋਂ ਲੈ ਕੇ 1914 3 ਸਾਲਾਂ ਦੇ ਵਿੱਚ ਨਾਟਕ ਦੇ ਕੰਪੀਟੀਸ਼ਨ ਕਰਵਾਏ। ਉਹਨਾਂ ਕੰਪੀਟੀਸ਼ਨਾਂ ਦੇ ਵਿੱਚ ਕਾਲਜ ਦੇ ਬਹੁਤ ਸਾਰੇ ਬੱਚਿਆਂ ਨੇ ਭਾਗ ਲਿਆ, ਪਰ ਜਿਹੜਾ ਨਾਟਕ ਉਹਨਾਂ ਕੰਪੀਟੀਸ਼ਨਾਂ ਦੇ ਵਿੱਚ ਫਸਟ ਆਇਆ, ਅਤੇ ਜਿਹੜਾ ਮੁੰਡਾ ਫਸਟ ਆਇਆ, ਉਹ ਸੀ ਆਈ.ਸੀ. ਨੰਦਾ, ਈਸ਼ਵਰ ਚੰਦਰ ਨੰਦਾ, ਅਤੇ ਉਹਨੇ ਨਾਟਕ ਲਿਖਿਆ ਸੀ ਦੁਲਹਨ, ਜਿਹਨੂੰ ਸੁਹਾਗ ਵੀ ਕਿਹਾ ਜਾਂਦਾ ਹੈ, ਦੁਲਹਨ ਵੀ ਕਿਹਾ ਜਾਂਦਾ ਹੈ। ਉਹ ਨਾਟਕ ਫਸਟ ਆਇਆ ਸੀ, ਅਤੇ ਆਧੁਨਿਕ ਪੰਜਾਬੀ ਨਾਟਕ ਦੀ ਸ਼ੁਰੂਆਤ ਉਸੇ ਨਾਟਕ ਤੋਂ ਹੀ ਮੰਨੀ ਜਾਂਦੀ ਹੈ। ਅਸੀਂ ਉਸ ਨਾਟਕ ਨੂੰ ਹੀ ਪੰਜਾਬੀ ਦਾ ਪਹਿਲਾ ਰੰਗਮੰਚੀ ਨਾਟਕ ਕਹਿੰਦੇ ਹਾਂ। ਇਹ ਵੱਖਰੀ ਗੱਲ ਹੈ ਕਿ ਸਾਡੇ ਕੋਲ ਬਹੁਤ ਵੱਡੀ ਪਰੰਪਰਾ ਹੋਰ ਸੀ ਉਸ ਤੋਂ ਪਹਿਲਾਂ ਵੀ ਨਾਟਕ ਦੀ, ਪਰ ਬੇਸਿਕਲੀ ਜਿਹੜਾ ਨਾਟਕ ਸਟੇਜ 'ਤੇ ਖੇਡਿਆ ਜਾਣ ਵਾਲਾ ਨਾਟਕ ਸੀ, ਉਹ ਜਿਹੜਾ ਨਾਟਕ ਸੀ, ਉਹ ਪਹਿਲਾ ਨਾਟਕ ਸੀ ਦੁਲਹਨ, ਸੁਹਾਗ, ਈਸ਼ਵਰ ਚੰਦਰ ਨੰਦਾ ਦਾ ਲਿਖਿਆ ਹੋਇਆ। ਭਾਵੇਂ ਇਸ ਤੋਂ ਪਹਿਲਾਂ 1900 ਸਾਡੇ ਕੋਲ ਇੱਕ ਲੰਬੀ ਪਰੰਪਰਾ ਰਹੀ, ਜਿਹਦੇ ਵਿੱਚ ਸੁਪਨ ਦਰਸ਼, ਜਿਹਦੇ ਵਿੱਚ ਚੰਦਰ ਹਰੀ, ਬਾਬਾ ਬੁੱਧ ਸਿੰਘ ਹੋਰਾਂ ਦਾ, ਜਿਹਦੇ ਵਿੱਚ ਭਾਈ ਵੀਰ ਸਿੰਘ ਦਾ ਰਾਜਾ ਲੱਖਦਾਤਾ, ਸੁੱਕਾ ਸਮੁੰਦਰ, ਇਸ ਤਰ੍ਹਾਂ ਦੇ ਕਾਫੀ ਸਾਰੇ ਨਾਟਕ ਸੀ, ਜਿਹਦੇ ਵਿੱਚ ਗੁਰਬਖਸ਼ ਸਿੰਘ ਪ੍ਰੀਤਲੜੀ ਹੋਰਾਂ ਦੇ ਨਾਟਕ ਵੀ ਬਾਅਦ ਦੇ ਵਿੱਚ ਆਉਂਦੇ ਨੇ। ਪਰ ਪਹਿਲਾ ਨਾਟਕ ਜੋ ਸਟੇਜ 'ਤੇ ਕੀਤਾ ਗਿਆ, ਅਤੇ ਇੱਕ ਹੋਰ ਬੜੀ ਖੁਸ਼ੀ ਦੀ ਗੱਲ ਹੈ, ਜਿਹੜਾ ਅਸੀਂ ਕਹਿੰਦੇ ਕਿ ਯੂਥ ਫੈਸਟੀਵਲ ਦਾ ਥੀਏਟਰ, ਜਿਹੜਾ ਨੌਜਵਾਨਾਂ ਲਈ ਬਹੁਤ ਵੱਡੀ ਗੱਲ ਹੁੰਦਾ ਕਾਲਜਾਂ ਦੇ ਵਿੱਚ, ਯੂਨੀਵਰਸਿਟੀਆਂ ਦੇ ਵਿੱਚ, ਇਹ ਸਮਝ ਲਓ ਕਿ ਪਹਿਲਾ ਯੂਥ ਫੈਸਟੀਵਲ ਸੀ ਜਿਹੜਾ ਨੋਰਾ ਰਿਚਰਡ ਨੇ ਪੰਜਾਬੀ ਦੇ ਵਿੱਚ ਕਰਾਇਆ ਉਸ ਕਾਲਜ ਦੇ ਵਿੱਚ, ਜਦੋਂ ਉਹਨਾਂ ਨੇ ਨਾਟਕਾਂ ਨੂੰ ਲਿਖਣ ਦਾ ਅਤੇ ਨਾਟਕਾਂ ਨੂੰ ਖੇਡਣ ਦਾ ਕੰਪੀਟੀਸ਼ਨ ਕਰਾਇਆ। ਹਰਚਰਨ ਸਿੰਘ ਹੋਰਾਂ ਦੀ ਪਤਨੀ ਧਰਮ ਕੌਰ ਵੀ ਨਾਟਕ ਦੇ ਵਿੱਚ ਬਤੌਰ ਐਕਟਰ ਆਈ, ਉਹਦਾ ਵੀ ਬਹੁਤ ਵੱਡਾ ਰੋਲ ਹੈ। ਰਵਿੰਦਰ ਸਿੰਘ ਸੋਢੀ ਹੋਰਾਂ ਨੇ ਗੱਲਬਾਤ ਕੀਤੀ ਹੈ। ਬਿਲਕੁਲ ਜੀ, ਆਪਾਂ ਗੱਲ ਕਰ ਰਹੇ ਸੀ ਕਿ ਨੋਰਾ ਰਿਚਰਡ ਦੀ, ਤਾਂ ਨੋਰਾ ਰਿਚਰਡ ਨੂੰ ਇਹ ਕ੍ਰੈਡਿਟ ਜਾਂਦਾ, ਇਹ ਸਿਹਰਾ ਜਾਂਦਾ ਉਹਨਾਂ ਨੂੰ ਕਿ ਉਹਨੇ ਪੰਜਾਬੀ ਦੇ ਵਿੱਚ ਪਹਿਲੀ ਵਾਰ ਨਾਟਕ ਦੀ ਸ਼ੁਰੂਆਤ ਕਰਾਈ। ਸੋ ਅੱਜ ਅਸੀਂ ਨੋਰਾ ਰਿਚਰਡ ਨੂੰ ਵੀ ਯਾਦ ਕਰਦੇ ਹਾਂ। ਅਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਥਾਂ ਲੈ ਕੇ 14 ਏਕੜ ਜ਼ਮੀਨ ਲੈ ਕੇ ਅੰਦਰੇਟੇ ਇੱਕ ਸੁਪਨਾ ਲਿਆ ਕਿ ਉੱਥੇ ਇੱਕ ਆਪਣੇ ਹੱਥਾਂ ਨਾਲ ਆਪਣਾ ਘਰ ਬਣਾਇਆ, ਇੱਕ ਥੀਏਟਰ ਬਣਾਇਆ, ਅਤੇ ਉਦੋਂ ਬਾਅਦ ਉਹਦੇ ਮਰਨ ਤੋਂ ਬਾਅਦ ਉਹ ਜਿਹੜੀ ਜਗ੍ਹਾ ਹੈ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਮਿਲੀ, ਅਤੇ ਅੱਜ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਸੈਂਟਰ ਹੈ ਅੰਦਰੇਟਾ, ਜਿੱਥੇ ਉਹ ਨੋਰਾ ਰਿਚਰਡ ਦਾ ਘਰ ਹੈ, ਅਤੇ ਉੱਥੇ ਹਰ ਸਾਲ ਅੱਜ ਵੀ ਪ੍ਰੋਗਰਾਮ ਹੁੰਦੇ ਨੇ। ਮੈਂ ਵੀ ਪਿਛਲੇ ਸਾਲ
ਉੱਥੇ ਬੱਚਿਆਂ ਦਾ ਨਾਟਕ ਮੈਂ ਜਲ੍ਹਿਆਂਵਾਲਾ ਬਾਗ ਬੋਲਦਾ ਹਾਂ, ਉਹ ਸਟੇਜ ਦੇ ਉੱਤੇ ਖੇਡ ਕੇ ਆਇਆ ਅਤੇ ਮੈਨੂੰ ਮਾਣ ਪ੍ਰਾਪਤ ਹੋਇਆ ਉੱਥੇ। ਲਗਾਤਾਰ 3-4 ਵਾਰ ਮਤਲਬ ਉੱਥੇ ਥੀਏਟਰ ਫੈਸਟੀਵਲ ਦੇ ਵਿੱਚ ਮੈਨੂੰ ਜਾਣ ਦਾ ਮੌਕਾ ਮਿਲਿਆ। ਉਸ ਤੋਂ ਬਾਅਦ ਆਪਾਂ ਤੀਜੀ ਬੀਬੀ ਵੱਲ ਆਉਂਦੇ ਹਾਂ। ਤੀਜੀ ਬੀਬੀ ਜੋ ਜਿਹਨੂੰ ਯਾਦ ਕੀਤਾ ਜਾਂਦਾ ਹੈ, ਧਰਮ ਕੌਰ ਨੂੰ ਵੀ ਅਸੀਂ ਯਾਦ ਕੀਤਾ ਨਾਲ। ਹਰਚਰਨ ਸਿੰਘ ਹੋਰਾਂ ਦੀ ਜਿਹੜੀ ਸ਼੍ਰੀਮਤੀ ਸੀ, ਉਹਨਾਂ ਨੇ ਵੀ ਉਹਨਾਂ ਉਸ ਦੌਰ ਦੇ ਵਿੱਚ ਬਤੌਰ ਐਕਟਰ ਕੰਮ ਕੀਤਾ ਜਦੋਂ ਕੋਈ ਹੋਰ ਕੰਮ ਨਹੀਂ ਕਰਦਾ ਸੀ। ਪਰ ਤੀਜੀ ਬੀਬੀ ਜਿਹਦੀ ਬਾਰੇ ਗੱਲ ਕਰਦੇ ਹਾਂ, ਉਹ ਹੈ ਸ਼ੀਲਾ ਭਾਟੀਆ, ਜਿਹਨੂੰ ਅਸੀਂ ਬਹੁਤ ਘੱਟ ਜਾਣਦੇ ਹਾਂ। ਸ਼ੀਲਾ ਭਾਟੀਆ ਨੇ ਪੰਜਾਬੀ ਓਪੇਰਾ ਪਹਿਲੀ ਵਾਰ ਲਿਖਿਆ ਅਤੇ ਖੇਡਿਆ, ਅਤੇ ਪੰਜਾਬੀ ਓਪੇਰਾ ਦੀ ਮਾਂ ਕਿਹਾ ਜਾਂਦਾ ਸ਼ੀਲਾ ਭਾਟੀਆ ਨੂੰ। ਪਹਿਲਾ ਓਪੇਰਾ ਸੀ ਉਹਨਾਂ ਦਾ ਵਾਦੀ ਦੀ ਗੂੰਜ, ਜਿਹੜਾ ਕਸ਼ਮੀਰ ਮਸਲੇ 'ਤੇ ਲਿਖਿਆ ਸੀ, ਅਤੇ ਓਪੇਰੇ ਇਟਲੀ ਦੇ ਵਿੱਚ ਖੇਡੇ ਜਾਂਦੇ ਸੀ। ਪੰਜਾਬੀ ਦੇ ਵਿੱਚ ਪਹਿਲਾ ਓਪੇਰਾ ਸ਼ੀਲਾ ਭਾਟੀਆ ਹੋਰਾਂ ਨੇ ਲਿਖਿਆ, ਅਤੇ ਉਸ ਤੋਂ ਬਾਅਦ ਸਾਡੇ ਕੋਲ ਤੇਰਾ ਸਿੰਘ ਚੰਨ, ਸਾਡੇ ਕੋਲ ਜੋਗਿੰਦਰ ਬਾਹਰਲਾ, ਬਠਿੰਡੇ ਤੋਂ ਜਗਦੀਸ਼ ਫਰਿਆਦੀ, ਮਲ ਸਿੰਘ ਰਾਮਪੁਰੀ ਅਤੇ ਹੋਰ ਕਿੰਨੇ ਲੋਕ, ਜਲਾਲਦੀਵਾਲ ਤੋਂ ਅਤੇ ਇੱਧਰੋਂ ਹੋਰ ਇਸ ਏਰੀਏ ਦੇ ਵਿੱਚੋਂ ਬੜੇ ਲੋਕ, ਮਸਤ ਹੋ ਰਹੀ, ਦਲੀਪ ਸਿੰਘ ਮਸਤ ਜਲਾਲਦੀਵਾਲ ਤੋਂ। ਇੱਕ ਬੜੀ ਵੱਡੀ ਪਰੰਪਰਾ ਸੀ ਓਪੇਰਿਆਂ ਦੀ ਉਸ ਦੌਰ ਦੇ ਵਿੱਚ। ਇਹਦੀ ਸ਼ੁਰੂਆਤ ਸ਼ੀਲਾ ਭਾਟੀਆ ਤੋਂ ਹੁੰਦੀ ਹੈ, ਅਤੇ ਸ਼ੀਲਾ ਭਾਟੀਆ ਬਾਰੇ ਅਸੀਂ ਬਹੁਤ ਘੱਟ ਜਾਣਦੇ ਹਾਂ। ਸ਼ੀਲਾ ਭਾਟੀਆ ਉਹ ਔਰਤ ਸੀ ਜਿਹਨੇ ਪੰਜਾਬੀ ਦੇ ਵਿੱਚ ਪਹਿਲਾ ਓਪੇਰਾ ਲਿਖਿਆ, ਕਾਲ ਆਫ ਦਾ ਵੈਲੀ ਜਾਂ ਵਾਦੀ ਦੀ ਗੂੰਜ। ਉਹਨੇ ਪੰਜਾਬੀ ਦੇ ਵਿੱਚ ਸਭ ਤੋਂ ਵੱਧ ਓਪੇਰੇ ਲਿਖੇ। ਉਹਨੇ ਨਾਲ ਹਿੰਦੀ ਅਤੇ ਹਿੰਦੁਸਤਾਨੀ ਦੇ ਵਿੱਚ ਓਪੇਰੇ ਲਿਖੇ, ਅਤੇ ਉਸਨੇ ਦਿੱਲੀ ਦੇ ਵਿੱਚ ਨੈਸ਼ਨਲ ਸਕੂਲ ਆਫ ਡਰਾਮਾ ਦੇ ਵਿੱਚ ਥੀਏਟਰ ਡਿਪਾਰਟਮੈਂਟ ਦੇ ਮੁਖੀ ਦੇ ਤੌਰ 'ਤੇ ਕੰਮ ਕੀਤਾ। ਐਡੀ ਵੱਡੀ ਉਪਲਬਧੀ ਸੀ ਉਸ ਪੰਜਾਬਣ ਦੀ, ਪਰ ਅਸੀਂ ਉਸ ਪੰਜਾਬਣ ਨੂੰ ਉਵੇਂ ਯਾਦ ਨਹੀਂ ਕਰ ਸਕੇ, ਉਹਦੇ ਕੰਮ ਨੂੰ ਸਮਝ ਨਹੀਂ ਸਕੇ। ਉਹਨੇ ਪਹਿਲੀ ਵਾਰ ਸਿਆਸੀ ਚੇਤਨਾ ਵਾਲੇ ਨਾਟਕ ਪੰਜਾਬੀ ਦੇ ਵਿੱਚ ਲਿਖੇ, ਅਤੇ ਪਹਿਲੀ ਵਾਰ ਰਾਸ਼ਟਰੀ ਅੰਤਰਰਾਸ਼ਟਰੀ ਪੱਧਰ 'ਤੇ ਓਪੇਰਾ ਵਿਧਾ ਦੀ ਉਹਨੇ ਪਛਾਣ ਕਰਾਈ ਪੰਜਾਬੀ ਓਪੇਰਾ ਦੀ ਖਾਸ ਤੌਰ 'ਤੇ। ਅਤੇ ਪਹਿਲੀ ਵਾਰ ਪੋਠੋਹਾਰ ਦੀ ਭਾਸ਼ਾ ਜਿਹੜੀ ਪੰਜਾਬੀ ਨਾਟਕਾਂ ਦੇ ਵਿੱਚ ਉਹਦੇ ਰਾਹੀਂ ਆਈ। ਦਿੱਲੀ ਆਰਟ ਥੀਏਟਰ ਦੇ ਤਹਿਤ ਉਹਨਾਂ ਨੇ ਨਾਟਕ ਕੀਤੇ, ਅਤੇ ਨਾਟਕ ਦੀ ਸ਼ੁਰੂਆਤ ਵੀ ਬੜੇ ਕਮਾਲ ਦੀ ਹੁੰਦੀ ਹੈ ਉਹਦੀ, ਕਿ ਜਦੋਂ ਆਜ਼ਾਦੀ ਦੀ ਲੜਾਈ ਦੇ ਵਿੱਚ ਜਦੋਂ ਆਪਾਂ ਸਮਾਜਿਕ ਭੂਮਿਕਾ ਦੀ ਗੱਲ ਕਰਦੇ ਹਾਂ ਨਾਟਕ ਅਤੇ ਰੰਗਮੰਚ ਦੀ, ਤਾਂ ਸਮਾਜਿਕ ਭੂਮਿਕਾ ਇੱਥੋਂ ਵੀ ਸਮਝ ਆਉਂਦੀ ਹੈ ਕਿ ਇਹ ਜਿਹੜੀ ਔਰਤ ਸੀ, ਇਹਨੇ ਕੋਈ ਮਿੱਥ ਕੇ ਨਾਟਕ ਕਰਨੇ ਨਹੀਂ ਸ਼ੁਰੂ ਕੀਤੇ ਸੀ। ਇਹ ਨਾਟਕ ਲੋੜ ਤੋਂ ਹੀ ਪੈਦਾ ਹੋਏ ਸੀ ਉਸ ਦੌਰ ਦੇ ਵਿੱਚ। ਮਸਲਾ ਸੀ ਕਿ ਔਰਤਾਂ ਨੂੰ ਚੇਤਨ ਕਰਨਾ ਸੀ। ਜਦੋਂ ਗੁਲਾਮੀ ਦਾ ਦੌਰ ਸੀ, ਤਾਂ ਇਹ ਵਰਕਰ ਦੇ ਤੌਰ 'ਤੇ ਕੰਮ ਕਰਦੀ ਸੀ, ਅਤੇ ਜਾ ਕੇ ਔਰਤਾਂ ਨੂੰ ਚੇਤਨ ਕਰਦੀ ਸੀ। ਰਾਸ਼ਨ ਦੀਆਂ ਦੁਕਾਨਾਂ 'ਤੇ ਜਿੱਥੇ ਔਰਤਾਂ ਇਕੱਠੀਆਂ ਹੁੰਦੀਆਂ, ਜਾਂ ਹੋਰ ਥਾਵਾਂ 'ਤੇ ਜਿੱਥੇ ਔਰਤਾਂ ਇਕੱਠੀਆਂ ਹੁੰਦੀਆਂ, ਉਹਨਾਂ ਨੂੰ ਚੇਤਨ ਕਰਦੀ ਸੀ, ਅਤੇ ਉਹ ਗੀਤ ਗਾਉਂਦੀ ਹੁੰਦੀ ਸੀ ਕਿ ਉੱਠ ਖੜ ਕੁੜੀਏ ਮੁਟਿਆਰੇ ਨੀ, ਤੇਰਾ ਦੇਸ਼ ਤੈਨੂੰ ਲਲਕਾਰੇ ਨੀ, ਤੂੰ ਆਪੇ ਭੁੱਖ ਮਿਟਾਣੀ ਹੈ, ਤੂੰ ਆਪੇ ਨੰਗ ਮਿਟਾਣੀ ਹੈ, ਉੱਠ ਖੜ ਕੁੜੀਏ ਮੁਟਿਆਰੇ ਨੀ, ਤੇਰਾ ਦੇਸ਼ ਤੈਨੂੰ ਲਲਕਾਰੇ ਨੀ। ਇਹ ਗੀਤ ਸੀ ਨਿੱਕੇ ਨਿੱਕੇ ਜਿਹੜੇ ਸ਼ੀਲਾ ਨੇ ਲਿਖੇ। ਬਾਅਦ ਦੇ ਵਿੱਚ ਉਹਨੇ ਕੁਛ ਗੀਤਾਂ ਨੂੰ ਇਕੱਠੇ ਕਰਕੇ ਇੱਕ ਲੜੀ ਦੇ ਵਿੱਚ ਪਰੋਇਆ, ਅਤੇ ਹੌਲੀ ਹੌਲੀ ਇਹ ਪੰਜਾਬੀ ਦਾ ਪਹਿਲਾ ਓਪੇਰਾ ਵਾਦੀ ਦੀ ਗੂੰਜ ਦੇ ਰੂਪ ਦੇ ਵਿੱਚ ਸਾਹਮਣੇ ਆਇਆ। ਅਤੇ ਉਸ ਤੋਂ ਬਾਅਦ ਉਸਨੇ ਹੋਰ ਬਹੁਤ ਸਾਰੇ ਓਪੇਰੇ ਲਿਖੇ। ਰੁੱਖੇ ਖੇਤ ਓਪੇਰਾ, ਹੀਰ ਰਾਂਝਾ ਓਪੇਰਾ ਉਹਦਾ ਵਰਲਡ ਲੈਵਲ ਤੱਕ ਫੇਮਸ ਹੋਇਆ। ਬਹੁਤ ਕਮਾਲ ਦਾ ਓਪੇਰਾ, ਸਾਰਾ ਓਪੇਰਾ ਗੀਤਾਂ ਦੇ ਵਿੱਚ। ਸੋ ਇਹ ਤਿੰਨ ਔਰਤਾਂ ਨੂੰ ਆਪਾਂ ਯਾਦ ਕਰਦੇ ਹਾਂ ਅੱਜ, ਉਹਨਾਂ ਅੱਗੇ ਨਤਮਸਤਕ ਹੁੰਦੇ ਹਾਂ, ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਹਾਂ। ਇੱਕ ਸਵਾਲ ਹੈ ਕਿ ਅੱਜ ਕੱਲ੍ਹ ਓਪੇਰਾ ਕਾਹਤੋਂ ਨਹੀਂ ਹੋ ਰਿਹਾ? ਓਪੇਰਾ ਬੜੀ ਗੁੰਝਲਦਾਰ ਵਿਧਾ ਹੈ। ਓਪੇਰਾ ਦੇ ਵਿੱਚ ਤੁਹਾਨੂੰ ਐਕਟਰ ਵੀ ਲੈਣਾ ਹੁੰਦਾ ਹੈ, ਅਤੇ ਨਾਲ ਗਾਇਕ ਵੀ ਲੈਣਾ ਹੁੰਦਾ ਹੈ। ਕਹਿਣ ਦਾ ਭਾਵ ਉਹ ਐਕਟਰ ਹੁੰਦਾ ਹੈ ਜਿਹੜਾ ਗਾ ਸਕਦਾ ਹੋਵੇ। ਉਸ ਤੋਂ ਬਾਅਦ ਬਹੁਤ ਸਾਰੇ ਮਜੀਸ਼ੀਅਨ ਚਾਹੀਦੇ ਨੇ, ਸੰਗੀਤ ਚਾਹੀਦਾ ਨਾਲ, ਸਾਰਾ ਪੂਰਾ ਜਿਹੜਾ ਇੰਸਟਰੂਮੈਂਟਲ ਸਿਸਟਮ ਹੁੰਦਾ ਸਾਰਾ ਉਹ ਚਾਹੀਦਾ ਹੁੰਦਾ ਹੈ। ਇਸ ਕਰਕੇ ਇਹ ਬੜੀ ਮਿਹਨਤ ਵਾਲਾ ਕੰਮ ਹੈ। ਸ਼ੀਲਾ ਭਾਟੀਆ ਨੇ ਕੋਸ਼ਿਸ਼ ਕੀਤੀ, ਜਦੋਂ ਨੈਸ਼ਨਲ ਸਕੂਲ ਆਫ ਡਰਾਮਾ ਦੇ ਵਿੱਚ ਉਹ ਬਤੌਰ ਹੈੱਡ ਆਫ ਦਾ ਡਿਪਾਰਟਮੈਂਟ ਸੀ, ਕਿ ਘੱਟੋ ਘੱਟ ਨੈਸ਼ਨਲ ਲੈਵਲ 'ਤੇ ਕੋਈ ਇਹੋ ਜਿਹੀ ਅਕੈਡਮੀ ਬਣੇ, ਪਰ ਬਦਕਿਸਮਤੀ ਨਾਲ ਉਹ ਸੰਭਵ ਨਹੀਂ ਹੋ ਸਕਿਆ। ਅਤੇ ਉਹ ਆਪਣੀ ਇੰਟਰਵਿਊ ਦੇ ਵਿੱਚ ਉਹਨੇ ਇਸ ਗੱਲ 'ਤੇ ਬਹੁਤ ਪਛਤਾਵਾ ਵੀ ਜ਼ਾਹਰ ਕੀਤਾ ਕਿ ਮੈਂ ਜ਼ਿੰਦਗੀ ਦੇ ਵਿੱਚ ਮੇਰਾ ਸਭ ਤੋਂ ਵੱਡਾ ਮੋਟਿਵ ਹੀ ਇਹ ਸੀ ਕਿ ਸੰਗੀਤ, ਨਾਚ ਅਤੇ ਨਾਟਕ, ਇਹਨਾਂ ਤਿੰਨ ਵਿਧਾਵਾਂ ਨੂੰ ਜੋੜ ਕੇ
ਜੋ ਵਿਧਾ ਡਿਵੈਲਪ ਹੁੰਦੀ ਹੈ, ਬੈਲੇ ਤੇ ਓਪੇਰਾ ਦੋ ਵਿਧਾਵਾਂ ਨੇ ਜਿਹੜੀਆਂ। ਜਿਹੜਾ ਓਪੇਰਾ ਉਹਦੇ ਵਿੱਚ ਸੰਗੀਤ ਪ੍ਰਮੁੱਖ ਹੁੰਦਾ ਹੈ, ਨਾਚ ਨੰਬਰ 2 ਤੇ ਹੁੰਦਾ। ਜਿਹੜਾ ਬੈਲੇ ਹੁੰਦਾ ਉਹਦੇ ਵਿੱਚ ਨਾਚ ਨੰਬਰ 1 ਤੇ ਹੁੰਦਾ, ਸੰਗੀਤ ਨੰਬਰ 2 ਤੇ ਹੁੰਦਾ ਹੈ। ਸੋ ਇਹਨਾਂ ਨੂੰ ਜੋੜ ਕੇ ਉਹਨੇ ਸੋਚਿਆ ਸੀ ਕਿ ਕੋਈ ਵੱਡੀ ਅਕੈਡਮੀ ਬਣੇ ਤੇ ਸੈਂਟਰ ਗਵਰਨਮੈਂਟ ਨੂੰ ਸਪੋਰਟ ਕਰੇ ਤੇ ਉੱਥੇ ਬਕਾਇਦਾ ਟ੍ਰੇਨਿੰਗ ਦਿੱਤੀ ਜਾਵੇ ਤੇ ਕਲਾਕਾਰ ਤਿਆਰ ਕੀਤੇ ਜਾਣ ਜਿਹੜੇ ਗਾ ਵੀ ਸਕਣ, ਨੱਚ ਵੀ ਸਕਣ ਤੇ ਐਕਟ ਵੀ ਕਰ ਸਕਣ। ਪਰ ਉਹ ਸੰਭਵ ਨਹੀਂ ਹੋ ਸਕਿਆ, ਇਸ ਕਰਕੇ ਓਪੇਰਾ ਹੌਲੀ ਹੌਲੀ ਸਾਡੇ ਕੋਲੋਂ ਮਰ ਗਿਆ। ਬੜੀ ਵੱਡੀ ਪਰੰਪਰਾ ਸੀ ਓਪੇਰਾ ਦੇ ਵਿੱਚ। ਜੋਗਿੰਦਰ ਬਾਹਰਲਾ, ਤੇਰਾ ਸਿੰਘ ਚੰਨ ਹੋਰਾਂ ਦੇ ਰੂਪ ਦੇ ਵਿੱਚ। ਇੱਕ ਛੋਟਾ ਜਿਹਾ ਵਾਕਿਆ ਕਰਕੇ ਮੈਂ ਉਸ ਬਾਅਦ ਅੱਗੇ ਤੁਰਦਾ। ਜਦੋਂ ਪ੍ਰਤਾਪ ਸਿੰਘ ਕੈਰੋਂ ਦੀ ਸਰਕਾਰ ਸੀ ਪੰਜਾਬ ਦੇ ਵਿੱਚ ਤਾਂ ਉਦੋਂ ਪੈਰਲਲ ਜੋਗਿੰਦਰ ਬਾਹਰਲੇ ਹੋਰਾਂ ਦੇ ਨਾਟਕ ਹੁੰਦੇ ਸੀ। ਤਾਂ ਜਿਹੜਾ ਇਕੱਠ ਸੀ ਨਾ ਉਹ ਜੋਗਿੰਦਰ ਬਾਹਰਲੇ ਹੋਰਾਂ ਦੇ ਸਟੇਜਾਂ 'ਤੇ ਵੱਧ ਹੁੰਦਾ ਸੀ। ਅਤੇ ਕੈਰੋਂ ਨੇ ਉਹਨਾਂ ਨੂੰ ਇਹ ਸੱਦਾ ਦਿੱਤਾ ਕਿ ਤੁਸੀਂ ਲੋਕ ਸੰਪਰਕ ਜਿਹੜਾ ਡਿਪਾਰਟਮੈਂਟ ਹੈ ਸਰਕਾਰ ਦਾ ਉਹਦੇ ਮੁਖੀ ਬਣ ਜਾਓ। ਜੋਗਿੰਦਰ ਬਾਹਰਲੇ ਨੂੰ ਕਿਹਾ, ਪਰ ਜੋਗਿੰਦਰ ਬਾਹਰਲੇ ਨੇ ਕਿਹਾ ਕਿ ਜੇ ਤੂੰ ਪੰਜਾਬ ਦਾ ਸਿਆਸਤ ਦਾ ਮੁੱਖ ਮੰਤਰੀ ਆ ਨਾ, ਮੈਂ ਪੰਜਾਬ ਦੇ ਰੰਗਮੰਚ ਦਾ ਮੁੱਖ ਮੰਤਰੀ ਆ, ਤੇਰੇ ਨਾਲੋਂ ਵੱਧ ਇਕੱਠ ਅਸੀਂ ਕਰ ਸਕਦੇ ਹਾਂ। ਇਸ ਕਰਕੇ ਮੈਨੂੰ ਆਪਣੇ ਕੰਮ 'ਤੇ ਮਾਣ ਹੈ, ਤੂੰ ਆਪਣਾ ਕੰਮ ਕਰ, ਅਸੀਂ ਆਪਣਾ ਕੰਮ ਕਰਾਂਗੇ। ਐਡੀ ਵੱਡੀ ਪਰੰਪਰਾ ਸੀ ਸਾਡੇ ਕੋਲ ਓਪੇਰਿਆਂ ਦੀ। ਉਹ ਇਹਨਾਂ ਕਾਰਨਾਂ ਕਰਕੇ ਹੌਲੀ ਚਲੋ ਉਹ ਹਾਸ਼ੀਏ 'ਤੇ ਚਲੀ ਗਈ। ਪਰ ਅੱਜ ਵੀ ਸਾਨੂੰ ਮਾਣ ਹੈ ਕਿ ਪੰਜਾਬ ਦੇ ਵਿੱਚ ਲਗਭਗ 150, 200, 300, 400 ਦੇ ਕਰੀਬ ਓਪੇਰਾ, ਮੇਰੀ PhD ਓਪੇਰਿਆਂ 'ਤੇ ਮੈਂ ਉਹ ਸਾਮੀਆਂ ਸਕ੍ਰਿਪਟਾਂ 'ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀਆਂ ਕਿਤਾਬਾਂ ਵੀ ਆਉਣਗੀਆਂ। ਇਸ ਤੋਂ ਬਾਅਦ ਆਪਾਂ ਇਹਨੂੰ ਜੋੜਦੇ ਹਾਂ ਜ਼ਿੰਦਗੀ ਨਾਲ। ਵੈਸੇ ਤਾਂ ਆਪਾਂ ਕਾਫੀ ਸਾਰੀਆਂ ਗੱਲਾਂ ਜ਼ਿੰਦਗੀ ਨਾਲ ਜੋੜ ਕੇ ਕੀਤੀਆਂ ਨੇ, ਪਰ ਦੋ ਬਹੁਤ ਵੱਡੇ ਵਿਦਵਾਨ ਹੋਏ ਨੇ ਨਾਟਕ ਦੇ। ਇੱਕ ਵਿਦਵਾਨ ਯੂਨਾਨ ਦਾ ਹੋਇਆ ਅਰਸਤੂ, ਦੂਜਾ ਵਿਦਵਾਨ ਭਰਤ ਮੁਨੀ ਜੋ ਸੰਸਕ੍ਰਿਤ ਨਾਟਕ ਪਰੰਪਰਾ ਦੇ ਵਿੱਚ ਆਉਂਦਾ, ਜਿਨ੍ਹਾਂ ਦੀ ਕਿਤਾਬ ਹੈ ਨਾਟ ਸ਼ਾਸਤਰ। ਅਤੇ ਅਰਸਤੂ ਦੀ ਕਿਤਾਬ ਹੈਗੀ ਹੈ ਜਿਹੜੀ ਕਾਵ ਸ਼ਾਸਤਰ। ਇਹ ਦੋਨੇ ਕਿਤਾਬਾਂ ਨਾਟਕ ਦੀਆਂ ਮੁੱਢਲੀਆਂ ਕਿਤਾਬਾਂ ਮੰਨੀਆਂ ਜਾਂਦੀਆਂ ਨੇ। ਅਤੇ ਅਰਸਤੂ ਇੱਕ ਬਹੁਤ ਖੂਬਸੂਰਤ ਗੱਲ ਕਹਿੰਦਾ ਹੈ ਕਿ ਜਿਹੜਾ ਨਾਟਕ ਹੈ ਉਹ ਸਾਡਾ ਕਥਾਰਸਿਸ ਕਰਦਾ ਹੈ।